ਪਿਆਰੇ ਦਰਸ਼ਕੋ ਅਤੇ ਵਿਦਿਆਰਥੀਓ, ਪਿਛਲੀ ਵੀਡੀਓ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਅਨੁਵਾਦ ਵਿਸ਼ੇ ਨੂੰ ਲੈ ਕੇ ਸਰਟੀਫਿਕੇਟ ਕੋਰਸ, ਡਿਪਲੋਮਾ ਕੋਰਸ ਤੇ ਡਿਗਰੀਆਂ ਚਲਾਈਆਂ ਜਾ ਰਹੀਆਂ ਹਨ। ਇਹਨਾਂ ਦੇ ਸਿਲੇਬਸ ਵਿਚਲੇ ਵਿਸ਼ਿਆਂ ਨੂੰ ਲੈ ਕੇ ਵੀਡੀਓ ਲੈਕਚਰਾਂ ਦੀ ਲੜੀ ਇੱਥੇ ਤਿਆਰ ਕੀਤੀ ਜਾ ਰਹੀ ਹੈ। ਇਹ ਵੀਡੀਓ ਲੈਕਚਰ ਬਹੁਤ ਹੀ ਲਘੂ ਆਕਾਰ ਦੇ ਹੋਣਗੇ। ਇਸ ਜਾਣਕਾਰੀ ਦਾ ਫਾਇਦਾ ਉਠਾਓ ਅਤੇ ਆਪਣੇ ਦੋਸਤਾਂ ਨੂੰ ਵੀ ਇਸ ਬਾਰੇ ਦੱਸੋ। ਇਸ ਵੀਡੀਓ ਲੈਕਚਰ ਵਿੱਚ ਅਸੀਂ ਪਹਿਲਾਂ ਅਨੁਵਾਦ ਦੇ ਸਰੂਪ ਦੀ ਗੱਲ ਕਰਾਂਗੇ। ਪਿਛਲੀ ਵੀਡੀਓ ਵਿੱਚ ਅਨੁਵਾਦ ਦੀਆਂ ਜਿਹੜੀਆਂ ਪਰਿਭਾਸ਼ਾਵਾਂ ਦਿੱਤੀਆਂ ਜਾ ਚੁੱਕੀਆਂ ਹਨ ਜਾਂ ਹੋਰ ਵਿਦਵਾਨਾਂ ਨੇ ਵੀ ਜੋ ਅਨੁਵਾਦ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਹਨ, ਉਹਨਾਂ ਅਨੁਸਾਰ ਅਨੁਵਾਦ ਅਜਿਹਾ ਵਿਚਾਰ ਹੈ ਜਿਹੜਾ ਪਹਿਲਾਂ ਕਿਸੇ ਇੱਕ ਭਾਸ਼ਾ ਵਿੱਚ ਪੇਸ਼ ਹੋਇਆ ਹੋਵੇ ਅਤੇ ਹੁਣ ਦੂਜੀ ਭਾਸ਼ਾ ਵਿੱਚ ਪੇਸ਼ ਕੀਤਾ ਜਾ ਰਿਹਾ ਹੋਵੇ। ਪਰ ਅਨੁਵਾਦ ਦੇ ਇਹ ਸੀਮਤ ਅਰਥ ਹੀ ਹਨ। ਸੀਮਤ ਅਰਥਾਂ ਵਿੱਚ ਅਨੁਵਾਦ ਇੱਕ ਭਾਸ਼ਾ ਵਿੱਚੋਂ ਦੂਜੀ ਭਾਸ਼ਾ ਵਿੱਚ ਅਰਥਾਂ ਦਾ ਰੂਪਾਂਤਰਣ ਹੈ। ਇਸ ਕਰਕੇ ਸੀਮਤ ਅਰਥਾਂ ਵਿੱਚ ਇਸ ਨੂੰ ਭਾਸ਼ਾਂਤਰ ਵੀ ਕਿਹਾ ਜਾ ਸਕਦਾ ਹੈ। ਇਸ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਕਿ ਇੱਥੇ ਭਾਸ਼ਾ ਵਿਗਿਆਨ ਦੇ ਸਿਧਾਂਤ ਲਾਗੂ ਹੁੰਦੇ ਹਨ। ਪਰ ਅਨੁਵਾਦ ਦੇ ਵਿਆਪਕ ਅਰਥ ਅਨੁਸਾਰ ਅਨੁਵਾਦ ਅਜਿਹੀ ਵਿਆਪਕ ਪ੍ਰਕਿਰਿਆ ਹੈ ਜਿਸ ਵਿੱਚ ਦੋ ਵਿਭਿੰਨ ਵਿਵਸਥਾਵਾਂ ਵਿੱਚ ਹੋਣ ਵਾਲੇ ਪ੍ਰਤੀਕਾਤਮਕ ਅਰਥਾਂ ਦੇ ਰੂਪਾਂਤਰਣ ਨੂੰ ਅਨੁਵਾਦ ਕਿਹਾ ਜਾਂਦਾ ਹੈ। ਸੋ ਅਨੁਵਾਦ ਦੌਰਾਨ ਵਿਚਾਰਾਂ ਦੇ ਕੇਵਲ ਅਰਥ ਹੀ ਰੂਪਾਂਤਰਿਤ ਨਹੀਂ ਹੁੰਦੇ ਅਤੇ ਇਹ ਪ੍ਰਕਿਰਿਆ ਕੇਵਲ ਦੋ ਭਾਸ਼ਾਵਾਂ ਦੇ ਵਿਚਕਾਰ ਹੀ ਨਹੀਂ, ਸਗੋਂ ਦੋ ਸੰਸਕ੍ਰਿਤੀਆਂ ਜਾਂ ਵਿਵਸਥਾਵਾਂ ਵਿਚਕਾਰ ਵਾਪਰਨ ਵਾਲੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਵਿੱਚ ਅਰਥਾਂ ਦਾ ਅਨੁਵਾਦ ਹੀ ਹੁੰਦਾ ਹੈ। ਵਿਸਤ੍ਰਿਤ ਅਰਥਾਂ ਵਿੱਚ ਇਸ ਨੂੰ ਪ੍ਰਤੀਕਾਂਤਰਣ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਪ੍ਰਤੀਕਾਂ ਦਾ ਰੂਪਾਂਤਰਣ ਜਾਂ ਅਨੁਵਾਦ ਹੋਇਆ ਮੰਨਿਆ ਜਾਂਦਾ ਹੈ। ਪ੍ਰਤੀਕਾਂ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਪ੍ਰਤੀਕ ਹੁੰਦੇ ਹਨ ਜਿਵੇਂ ਕਿ ਕੋਈ ਇੱਕ ਸ਼ਾਬਦਿਕ ਜਾਂ ਦ੍ਰਿਸ਼ਮੂਲਕ ਪ੍ਰਤੀਕ ਕਿਸੇ ਵਿਚਾਰ ਜਾਂ ਕਿਸੇ ਸੰਕਲਪ ਦਾ ਸੰਚਾਰ ਕਰ ਰਿਹਾ ਹੋਵੇ। ਜਿਵੇਂ ਆਪਾਂ ਟ੍ਰੈਫਿਕ ਸਿਗਨਲ ਵੇਖਦੇ ਹਾਂ, ਉੱਥੇ ਲਾਲ ਬੱਤੀ ਰੁਕਣ ਦਾ ਇਸ਼ਾਰਾ ਕਰਦੀ ਹੈ ਅਤੇ ਹਰੀ ਬੱਤੀ ਜਾਣ ਦਾ ਇਸ਼ਾਰਾ ਕਰਦੀ ਹੈ। ਇਸੇ ਤਰੀਕੇ ਨਾਲ ਪ੍ਰਤੀਕ ਭਾਸ਼ਾ ਵਿੱਚ ਵੀ ਹੁੰਦੇ ਹਨ, ਜਿਵੇਂ ਸ਼ਬਦਾਂ ਦੇ ਰੂਪ ਵਿੱਚ ਵਿਚਰਦੇ ਹਨ ਅਤੇ ਅਰਥਾਂ ਦਾ ਸੰਚਾਰ ਕਰਦੇ ਹਨ। ਭਾਸ਼ਾ ਦੀ ਕੋਈ ਵੀ ਇਕਾਈ ਪ੍ਰਤੀਕਾਤਮਕ ਹੁੰਦੀ ਹੈ ਜੋ ਅਰਥਾਂ ਦਾ ਉਤਪਾਦਨ ਕਰਦੀ ਹੈ ਅਤੇ ਇਹਨਾਂ ਅਰਥਾਂ ਦਾ ਸੰਚਾਰ ਵੀ ਕਰਦੀ ਹੈ। ਜਿਵੇਂ ਗਲਾਸ ਕਿਸੇ ਪਾਰਦਰਸ਼ੀ ਬਰਤਨ ਦਾ ਪ੍ਰਤੀਕ ਹੈ ਅਤੇ ਪੱਖਾ ਕਿਸੇ ਹਵਾ ਦੇਣ ਵਾਲੀ ਵਸਤੂ ਦਾ ਪ੍ਰਤੀਕ ਹੈ। ਵਸਤੂ ਤਾਂ ਭੌਤਿਕ ਸਰੂਪ ਵਾਲੀ ਹੁੰਦੀ ਹੈ। ਜਦੋਂ ਇਸ ਦਾ ਰੰਗ ਰੂਪ, ਸਵਾਦ, ਦਿੱਖ ਜਾਂ ਇਸ ਵਸਤੂ ਦੀ ਗਤੀਸ਼ੀਲਤਾ ਨੂੰ ਮਨੁੱਖ ਗ੍ਰਹਿਣ ਕਰਦਾ ਹੈ ਤਾਂ ਉਸ ਦੇ ਦਿਮਾਗ ਵਿੱਚ ਇਸ ਵਸਤੂ ਦਾ ਬਿੰਬ ਸਾਕਾਰ ਹੋ ਜਾਂਦਾ ਹੈ ਅਤੇ ਨਾਲ ਹੀ ਇਸ ਵਸਤੂ ਲਈ ਵਰਤਿਆ ਜਾਣ ਵਾਲਾ ਭਾਸ਼ਾਈ ਚਿੰਨ੍ਹ ਵੀ ਸਾਕਾਰ ਹੋ ਜਾਂਦਾ ਹੈ। ਇਹਨਾਂ ਚਿੰਨ੍ਹਾਂ, ਅਰਥਾਂ ਅਤੇ ਵਸਤੂ ਵਿਚਲਾ ਸੰਬੰਧ ਆਪ ਹੁਦਰਾ ਜਾਂ ਆਪ ਮੁਹਾਰਾ ਹੁੰਦਾ ਹੈ, ਭਾਵ ਇਸ ਦੀ ਕੋਈ ਵਿਧੀ ਜਾਂ ਸਿਧਾਂਤ ਨਹੀਂ ਹੁੰਦਾ। ਇਸ ਆਪ ਹੁਦਰੇਪਣ ਲਈ ਮਨੁੱਖ ਦੀ ਸੰਸਕ੍ਰਿਤੀ ਜਾਂ ਉਸ ਦੀ ਪਰੰਪਰਾ ਬਾਰੇ ਚੇਤਨਤਾ ਅਤੇ ਵਸਤੂ ਦਾ ਢਾਂਚਾ ਜਾਂ ਵਸਤੂ ਦੀ ਕਿਰਿਆਸ਼ੀਲਤਾ ਜ਼ਿੰਮੇਵਾਰ ਹੁੰਦੀ ਹੈ। ਜਿਵੇਂ ਗਾਂ ਜਿੱਥੇ ਇੱਕ ਦੁੱਧ ਦੇਣ ਵਾਲਾ ਪਸ਼ੂ ਹੈ, ਉੱਥੇ ਹਿੰਦੂ ਧਰਮ ਵਿੱਚ ਇਹ ਇੱਕ ਪੂਜਣਯੋਗ ਪਸ਼ੂ ਵੀ ਹੈ। ਜਿਵੇਂ ਸਾਵਣ ਦਾ ਮਹੀਨਾ ਸਾਲ ਦਾ ਇੱਕ ਮਹੀਨਾ ਹੈ, ਪਰ ਇਹ ਖੁਸ਼ਹਾਲੀ ਅਤੇ ਖੁਸ਼ੀ ਦਾ ਪ੍ਰਤੀਕ ਵੀ ਹੈ। ਇਸ ਤਰ੍ਹਾਂ ਅਰਥ ਬਾਹਰੀ ਘਟਕਾਂ ਤੋਂ ਪ੍ਰਭਾਵਿਤ ਹੁੰਦੇ ਹਨ। ਸੋ ਵਿਆਪਕ ਸੰਦਰਭ ਵਿੱਚ ਅਨੁਵਾਦ ਤਿੰਨ ਤਰ੍ਹਾਂ ਦਾ ਹੁੰਦਾ ਹੈ। ਅੰਤਰਗਤ ਭਾਸ਼ਿਕ ਅਨੁਵਾਦ, ਜਿਸ ਵਿੱਚ ਆਪਾਂ ਇੱਕੋ ਭਾਸ਼ਾ ਦੇ ਵਿੱਚ ਹੀ ਕਿਸੇ ਇੱਕ ਭਾਸ਼ਿਕ ਸਰੂਪ ਦਾ ਦੂਸਰੇ ਭਾਸ਼ਿਕ ਸਰੂਪ ਵਿੱਚ ਅਨੁਵਾਦ ਕਰਦੇ ਹਾਂ। ਉਦਾਹਰਨ ਲਈ ਪੰਜਾਬੀ ਕਵਿਤਾ, ਕਹਾਣੀ ਜਾਂ ਪੰਜਾਬੀ ਲੇਖ ਦਾ ਪੰਜਾਬੀ ਨਾਟਕ, ਪੰਜਾਬੀ ਕਹਾਣੀ, ਪੰਜਾਬੀ ਕਵਿਤਾ ਜਾਂ ਪੰਜਾਬੀ ਲੇਖ ਵਿੱਚ ਅਨੁਵਾਦ ਕਰਨਾ। ਸੋ ਇਹ ਭਾਸ਼ਾ ਦੇ ਵਿੱਚ ਹੀ ਵਾਪਰਨ ਵਾਲੀ ਪ੍ਰਕਿਰਿਆ ਹੈ। ਦੂਸਰਾ ਹੈ ਅੰਤਰ ਭਾਸ਼ਿਕ ਅਨੁਵਾਦ, ਜਿੱਥੇ ਦੋ ਭਾਸ਼ਾਵਾਂ ਵਿੱਚ ਅਰਥਾਂ ਦਾ ਅਨੁਵਾਦ ਕੀਤਾ ਜਾਂਦਾ ਹੈ। ਇਸ ਵਿੱਚ ਦੋ ਭਾਸ਼ਾਵਾਂ ਹੁੰਦੀਆਂ ਹਨ, ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ, ਸਰੋਤ ਭਾਸ਼ਾ ਅਤੇ ਟੀਚਾ ਭਾਸ਼ਾ। ਤੀਸਰੀ ਕਿਸਮ ਦਾ ਅਨੁਵਾਦ ਹੁੰਦਾ ਹੈ ਅੰਤਰ ਪ੍ਰਤੀਕਾਤਮਕ ਅਨੁਵਾਦ। ਇਸ ਵਿੱਚ ਕਿਸੇ ਇੱਕ ਭਾਸ਼ਾ ਦੀ ਪ੍ਰਤੀਕ ਵਿਵਸਥਾ ਦਾ ਦੂਸਰੀ ਭਾਸ਼ਾ ਦੀ ਪ੍ਰਤੀਕ ਵਿਵਸਥਾ ਵਿੱਚ ਅਨੁਵਾਦ ਹੁੰਦਾ ਹੈ। ਜਿਵੇਂ ਕਿਸੇ ਇੱਕ ਭਾਸ਼ਾ ਦੇ ਨਾਵਲਾਂ 'ਤੇ ਬਣਨ ਵਾਲੀਆਂ ਕਿਸੇ ਦੂਜੀ ਭਾਸ਼ਾ ਦੀਆਂ ਫਿਲਮਾਂ। ਸੋ ਇਹ ਸਭ ਤੋਂ ਵਧੀਆ ਉਦਾਹਰਨ ਹੈ ਇਸ ਲਈ। ਜੇਕਰ ਆਪਾਂ ਸੀਮਤ ਸੰਦਰਭ ਵਿੱਚ ਅਨੁਵਾਦ ਦੀ ਗੱਲ ਕਰੀਏ ਤਾਂ ਇਹ ਦੋ ਪ੍ਰਕਾਰ ਦਾ ਹੁੰਦਾ ਹੈ। ਪਹਿਲਾ ਹੈਗਾ ਪਾਠ ਕੇਂਦਰਿਤ ਅਨੁਵਾਦ। ਇਸ ਵਿੱਚ ਮੂਲ ਪਾਠ ਜਾਂ ਸਰੋਤ ਪਾਠ ਕੇਂਦਰ ਵਿੱਚ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਮੂਲ ਪਾਠ ਜਾਂ ਸਰੋਤ ਭਾਸ਼ਾ ਦੇ ਪਾਠ ਦੀ ਸੰਰਚਨਾ ਜਾਂ ਬਨਾਵਟ ਮਹੱਤਵਪੂਰਨ ਹੁੰਦੀ ਹੈ। ਜਿਵੇਂ ਜਦੋਂ ਅਸੀਂ ਕਿਸੇ ਸ਼ਾਹਕਾਰ ਰਚਨਾ ਦਾ ਅਨੁਵਾਦ ਕਰ ਰਹੇ ਹੁੰਦੇ ਹਾਂ ਤਾਂ ਉਸ ਰਚਨਾ ਦਾ ਸਰੂਪ ਜਾਂ ਬਨਾਵਟ ਅਨੁਵਾਦ ਵਿੱਚੋਂ ਝਲਕਦਾ ਹੋਣਾ ਚਾਹੀਦਾ ਹੈ। ਮੰਨ ਲਓ ਅਸੀਂ ਵਾਰਿਸ ਸ਼ਾਹ ਦੀ ਹੀਰ ਦਾ ਅਨੁਵਾਦ ਕਰਾਂਗੇ ਕਿਸੇ ਹੋਰ ਭਾਸ਼ਾ ਵਿੱਚ,
ਤਾਂ ਸਾਨੂੰ ਵਾਰਿਸ ਸ਼ਾਹ ਦੀ ਹੀਰ ਵਿੱਚ ਜਿਹੜੀਆਂ ਬਣਤਰਾਂ ਜਾਂ ਜਿਹੜੀ ਬਨਾਵਟ ਝਲਕਦੀ ਹੈ, ਅਨੁਵਾਦ ਵਿੱਚੋਂ ਵੀ ਸਾਨੂੰ ਉਹੀ ਬਨਾਵਟ ਝਲਕਣੀ ਚਾਹੀਦੀ ਹੈ। ਇੱਥੇ ਵਾਰਿਸ ਸ਼ਾਹ ਦੀ ਹੀਰ ਦੀ ਬਨਾਵਟ ਹੀ ਮਹੱਤਵਪੂਰਨ ਹੈ। ਇਸੇ ਤਰੀਕੇ ਨਾਲ ਇਸ ਅਨੁਵਾਦ ਨੂੰ ਪਾਠ ਕੇਂਦਰਿਤ ਅਨੁਵਾਦ ਕਿਹਾ ਜਾਂਦਾ ਹੈ। ਤੇ ਦੂਸਰਾ ਹੁੰਦਾ ਭਾਵ ਕੇਂਦਰਿਤ ਅਨੁਵਾਦ। ਇਸ ਵਿੱਚ ਟੀਚਾ ਭਾਸ਼ਾ ਵਿੱਚ ਅਨੁਵਾਦ ਕਰਦੇ ਸਮੇਂ ਕਿਸੇ ਰਚਨਾ ਦਾ ਪ੍ਰਭਾਵ ਬਣਿਆ ਰਹਿਣਾ ਚਾਹੀਦਾ ਹੈ, ਭਾਵੇਂ ਇਸ ਲਈ ਨਵੀਆਂ ਤਕਨੀਕਾਂ ਜਾਂ ਸ਼ੈਲੀਆਂ ਦੀ ਵਰਤੋਂ ਕੀਤੀ ਗਈ ਹੋਵੇ। ਮਸਲਨ ਜਦੋਂ ਕਿਸੇ ਇੱਕ ਭਾਸ਼ਾ ਦੀ ਕਵਿਤਾ ਦਾ ਅਨੁਵਾਦ ਕੀਤਾ ਜਾ ਰਿਹਾ ਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਉਹ ਛੰਦ ਟੀਚਾ ਭਾਸ਼ਾ ਵਿੱਚ ਨਾ ਹੋਵੇ, ਪਰ ਉੱਥੇ ਅਜਿਹੀ ਅਨੁਵਾਦਕ ਸ਼ੈਲੀ ਜਾਂ ਛੰਦ ਦੀ ਵਰਤੋਂ ਕਰਨੀ ਹੁੰਦੀ ਹੈ ਤਾਂ ਕਿ ਪਿਛਲੀ ਕਵਿਤਾ ਵਾਲਾ ਪ੍ਰਭਾਵ ਟੀਚਾ ਭਾਸ਼ਾ ਵਿੱਚ ਵੀ ਉਵੇਂ ਹੀ ਬਣਿਆ ਰਹੇ। ਇਸ ਦਾ ਅਰਥ ਇਹ ਹੈ ਕਿ ਸਰੋਤ ਭਾਸ਼ਾ ਦਾ ਕੋਈ ਪਾਠ ਜਿਹੜਾ ਹੁੰਦਾ ਹੈ, ਜਿਹਦਾ ਆਪਾਂ ਅਨੁਵਾਦ ਕਰਨਾ ਹੁੰਦਾ ਹੈ, ਉਸ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਪ੍ਰਭਾਵ ਹੁੰਦਾ ਹੈ। ਉਹ ਪ੍ਰਭਾਵ ਹੈ ਜਿਹੜਾ ਮਹੱਤਵਪੂਰਨ ਹੁੰਦਾ ਹੈ। ਪਾਠ ਕੇਂਦਰਿਤ ਅਨੁਵਾਦ ਵਿੱਚ ਪਾਠ ਮਹੱਤਵਪੂਰਨ ਹੁੰਦਾ ਹੈ ਤੇ ਪ੍ਰਭਾਵ ਕੇਂਦਰਿਤ ਅਨੁਵਾਦ ਵਿੱਚ ਪ੍ਰਭਾਵ ਮਹੱਤਵਪੂਰਨ ਹੁੰਦਾ ਹੈ। ਤਾਂ ਜਿਸ ਟੀਚਾ ਭਾਸ਼ਾ ਵਿੱਚ ਉਸ ਪਾਠ ਦਾ ਅਨੁਵਾਦ ਹੋਣਾ ਹੁੰਦਾ ਹੈ, ਉਸ ਅਨੁਵਾਦ ਵਿੱਚੋਂ ਉਹ ਹੀ ਪ੍ਰਭਾਵ ਝਲਕਣਾ ਚਾਹੀਦਾ ਹੈ, ਭਾਵੇਂ ਇਸ ਲਈ ਟੀਚਾ ਭਾਸ਼ਾ ਦੀਆਂ ਤਕਨੀਕਾਂ ਦੀ ਢੁਕਵੀਂ ਵਰਤੋਂ ਕਰਨੀ ਪੈਂਦੀ ਹੈ। ਸੋ ਸਹੀ ਅਰਥਾਂ ਵਿੱਚ ਅਨੁਵਾਦ ਕੇਵਲ ਕਿਸੇ ਭਾਸ਼ਾ ਵਿੱਚ ਜਾਂ ਦੋ ਭਾਸ਼ਾਵਾਂ ਵਿੱਚ ਹੋਣ ਵਾਲੀ ਭਾਸ਼ਕ ਰੂਪਾਂਤਰਣ ਕਿਰਿਆ ਨਹੀਂ, ਸਗੋਂ ਇਸ ਵਿੱਚ ਦੋ ਸੰਸਕ੍ਰਿਤੀਆਂ, ਸ਼ੈਲੀਆਂ, ਸਾਹਿਤਕ ਰੂਪਾਕਾਰਾਂ ਅਤੇ ਸਮਾਜਿਕ ਬਣਤਰਾਂ ਦਾ ਰੂਪਾਂਤਰਣ ਹੁੰਦਾ ਹੈ। ਬਾਬੇਲ ਦੀ ਇੱਕ ਮਿੱਥ ਕਥਾ ਪ੍ਰਚਲਿਤ ਹੈ ਕਿ ਪਹਿਲਾਂ ਧਰਤੀ ਵਾਸੀ ਇੱਕੋ ਭਾਸ਼ਾ ਬੋਲਦੇ ਸਨ। ਉਹਨਾਂ ਨੇ ਇੱਕ ਮੀਨਾਰ ਉਸਾਰਨ ਬਾਰੇ ਸੋਚਿਆ। ਇੱਕ ਭਾਸ਼ਾ ਦੇ ਹੋਣ ਕਰਕੇ ਤੇ ਉਹਨਾਂ ਵਿੱਚ ਬਹੁਤ ਵਧੀਆ ਪੱਧਰ ਦਾ ਸੰਚਾਰ ਹੋਣ ਕਰਕੇ ਜਦੋਂ ਉਹਨਾਂ ਦੇ ਇਕਜੁੱਟ ਯਤਨਾਂ ਸਦਕਾ ਮੀਨਾਰ ਬਹੁਤ ਉੱਚਾ ਹੋ ਗਿਆ ਤਾਂ ਆਕਾਸ਼ ਵਿੱਚ ਸਵਰਗ ਵਿੱਚ ਬੈਠੇ ਦੇਵਤਿਆਂ ਨੂੰ ਡਰ ਹੋ ਗਿਆ ਕਿ ਕਿਤੇ ਧਰਤੀ ਵਾਸੀ ਇਸ ਮੀਨਾਰ ਰਾਹੀਂ ਸਵਰਗ ਵਿੱਚ ਨਾ ਆ ਜਾਣ। ਸੋ ਉਹਨਾਂ ਨੇ ਬੜੀ ਚਲਾਕੀ ਨਾਲ ਧਰਤੀ ਵਾਸੀਆਂ ਨੂੰ ਵੱਖ-ਵੱਖ ਭਾਸ਼ਾਵਾਂ ਦੇ ਦਿੱਤੀਆਂ, ਜਿਸ ਨਾਲ ਇੱਕ ਤਾਂ ਉਹਨਾਂ ਵਿੱਚ ਸੰਚਾਰ ਮੁੱਕ ਗਿਆ ਅਤੇ ਦੂਜਾ ਉਹਨਾਂ ਵਿੱਚ ਆਪਣੀ ਭਾਸ਼ਾ ਵਿੱਚ ਗੱਲ ਕਰਨ ਕਰਕੇ ਹਾਹਾਕਾਰ ਮਚ ਗਈ। ਮੀਨਾਰ ਦਾ ਕੰਮ ਰੁਕ ਗਿਆ। ਇਸ ਨੂੰ ਬਾਬੇਲ ਦਾ ਮੀਨਾਰ ਕਿਹਾ ਜਾਂਦਾ ਹੈ। ਬਾਬੇਲ ਦਾ ਇੱਥੇ ਅਰਥ ਹੈ ਹੜਬੜੀ, ਖਲਬਲੀ ਜਾਂ ਹਾਹਾਕਾਰ ਮਚ ਜਾਣਾ। ਇੱਥੇ ਮੇਰਾ ਇਹ ਕਥਾ ਦੱਸਣ ਦਾ ਅਰਥ ਇਹ ਹੈ ਕਿ ਵੱਖ-ਵੱਖ ਭਾਸ਼ਾਵਾਂ ਦੇ ਲੋਕਾਂ ਨੂੰ ਢੁਕਵਾਂ ਸੰਚਾਰ ਕਰਨ ਲਈ ਅਨੁਵਾਦ ਦੀ ਲੋੜ ਪੈਂਦੀ ਹੈ ਤਾਂ ਕਿ ਉਹਨਾਂ ਦਾ ਕੰਮ ਆਸਾਨੀ ਨਾਲ ਚੱਲ ਸਕੇ। ਤੇ ਜੇ ਦੋ ਵੱਖ-ਵੱਖ ਭਾਸ਼ਾਵਾਂ ਦੇ ਲੋਕਾਂ ਵਿੱਚ ਢੁਕਵਾਂ ਸੰਚਾਰ ਨਹੀਂ ਹੁੰਦਾ ਤਾਂ ਉਹ ਮਿਲਵੇਂ ਰੂਪ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰ ਸਕਦੇ। ਪੱਛਮ ਵਿੱਚ ਅਨੁਵਾਦ ਦੀ ਬਹੁਤ ਲੰਬੀ ਪਰੰਪਰਾ ਮੌਜੂਦ ਹੈ। ਈਸਾਈ ਧਰਮ ਦੇ ਵਿਸ਼ਵ ਪੱਧਰ 'ਤੇ ਪ੍ਰਚਾਰ ਕਰਨ ਹਿੱਤ ਪੁਰਾਤਨ ਕਾਲ ਤੋਂ ਹੀ ਬਾਈਬਲ ਦਾ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਇਸ ਤੋਂ ਇਲਾਵਾ ਪੱਛਮ ਵਿੱਚ ਪ੍ਰਾਚੀਨ ਕਾਲ ਵਿੱਚ ਅਨੁਵਾਦ ਨਾਲ ਸੰਬੰਧਿਤ ਕੁਝ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੂੰ ਆਪਾਂ ਅੱਗੇ ਡਿਸਕਸ ਕਰਾਂਗੇ। ਮੰਨਿਆ ਜਾਂਦਾ ਹੈ ਕਿ ਜਦੋਂ ਰੋਮਨ ਨੇ ਯੂਨਾਨ ਜਾਂ ਗ੍ਰੀਕ ਉੱਪਰ ਜਿੱਤ ਪ੍ਰਾਪਤ ਕੀਤੀ ਤਾਂ ਉਹਨਾਂ ਵਿੱਚ ਯੂਨਾਨੀਆਂ ਵਾਂਗ ਮਹਾਨ ਜਾਂ ਵਿਦਵਾਨ ਬਣਨ ਦਾ ਲਾਲਚ ਪੈਦਾ ਹੋ ਗਿਆ। ਇਸ ਲਈ ਉਹਨਾਂ ਨੇ ਗ੍ਰੀਕ ਭਾਸ਼ਾ ਦੀਆਂ ਮਹਾਨ ਕ੍ਰਿਤਾਂ ਦਾ ਲੈਟਿਨ ਭਾਸ਼ਾ ਵਿੱਚ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ ਤੇ ਇਸੇ ਸਮੇਂ ਦੌਰਾਨ ਚੌਸਰ ਰੋਮਾਨੀ ਕਹਾਣੀਆਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰ ਰਿਹਾ ਸੀ। ਹੋਰ ਬਹੁਤ ਸਾਰੇ ਅੰਗਰੇਜ਼ ਵਿਦਵਾਨਾਂ ਨੇ ਵਿਸ਼ਵ ਸਾਹਿਤ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਮਾਰਟਨ ਲੂਥਰ ਨੇ ਬਾਈਬਲ ਦਾ ਜਰਮਨ ਵਿੱਚ ਅਨੁਵਾਦ ਕੀਤਾ। ਇਸ ਨਾਲ ਜਰਮਨ ਭਾਸ਼ਾ ਨੂੰ ਨਵਾਂ ਜੀਵਨ ਮਿਲਿਆ। ਫਰਾਂਸ ਵਿੱਚ ਲਕੌਤ ਦਾ ਲੀਲੇ ਨਾਮ ਦੇ ਵਿਦਵਾਨ ਨੇ ਯੂਨਾਨੀ, ਲੈਟਿਨ ਅਤੇ ਹੋਰ ਕਲਾਸਿਕ ਸਾਹਿਤ ਦਾ ਫਰਾਂਸੀਸੀ ਵਿੱਚ ਅਨੁਵਾਦ ਕੀਤਾ। ਇਸ ਦੀ ਬੜੀ ਵੱਡੀ ਪਰੰਪਰਾ ਹੈ। ਪ੍ਰਾਚੀਨ ਭਾਰਤੀ ਧਾਰਮਿਕ ਸਾਹਿਤ ਦਾ ਵਿਸ਼ਵ ਦੀਆਂ ਮਹੱਤਵਪੂਰਨ ਭਾਸ਼ਾਵਾਂ ਵਿੱਚ ਵੀ ਇਸੇ ਯੁੱਗ ਵਿੱਚ ਅਨੁਵਾਦ ਹੋਇਆ ਹੈ ਤੇ ਭਾਰਤ ਵਿੱਚ ਅਨੁਵਾਦ ਦੀ ਕੁਝ ਵੱਖਰੀ ਪਰੰਪਰਾ ਰਹੀ ਹੈ। ਭਾਰਤੀ ਗਿਆਨ ਵਿਗਿਆਨ ਬਹੁਤ ਅਮੀਰ ਸੀ। ਸੰਸਕ੍ਰਿਤ ਅਤੇ ਪਾਲੀ ਭਾਸ਼ਾਵਾਂ ਦਾ ਸਾਹਿਤ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਤਾਂ ਹੋਇਆ, ਪਰ ਭਾਰਤੀ ਪ੍ਰਾਕ੍ਰਿਤਾਂ, ਅਪਭ੍ਰੰਸ਼ਾਂ ਜਾਂ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਨਹੀਂ ਹੋਇਆ। ਭਾਰਤ ਵਿੱਚ ਹੋਣ ਵਾਲਾ ਪ੍ਰਾਚੀਨ ਕਾਲ ਦਾ ਅਨੁਵਾਦ ਕੁਝ ਵੱਖਰੀ ਕਿਸਮ ਦਾ ਸੀਗਾ, ਜਿਸ ਬਾਰੇ ਆਪਾਂ ਅੱਗੇ ਗੱਲ ਕਰਾਂਗੇ। ਪਹਿਲੀ ਤਰ੍ਹਾਂ ਦਾ ਅਨੁਵਾਦ ਸੀ ਪਦ ਪਾਠ ਅਤੇ ਨਿਰੁਕਤੀ ਦੇ ਰੂਪ ਵਿੱਚ। ਇਸ ਵਿੱਚ ਸੰਸਕ੍ਰਿਤ ਵਿੱਚ ਰਚੇ ਮੰਤਰਾਂ ਨੂੰ ਕੁਝ ਚਿੰਨ੍ਹਾਂ ਨਾਲ ਅਲੱਗ-ਅਲੱਗ ਕਰਨਾ ਹੁੰਦਾ ਸੀ ਤਾਂ ਕਿ ਇਹਨਾਂ ਦੀ ਸਹੀ ਅਰਥ ਸਿਰਜਣਾ ਕੀਤੀ ਜਾ ਸਕੇ। ਦੂਸਰੀ ਕਿਸਮ ਦਾ ਅਨੁਵਾਦ ਗ੍ਰੰਥਾਂ ਦੀ ਵਿਆਖਿਆ ਕਰਦੇ ਗ੍ਰੰਥਾਂ ਦੇ ਰੂਪ ਵਿੱਚ ਸੀ, ਜਿਵੇਂ ਵੇਦਾਂ ਵਿਚਲੇ ਮੰਤਰਾਂ ਰਾਹੀਂ ਕੀਤੇ ਜਾਂਦੇ ਯੱਗਾਂ ਦੀਆਂ ਵਿਭਿੰਨ ਵਿਧੀਆਂ ਦੀ ਪੇਸ਼ਕਾਰੀ ਬ੍ਰਾਹਮਣ ਗ੍ਰੰਥਾਂ ਵਿੱਚ ਹੋਈ। ਤੇ ਤੀਸਰਾ ਅਨੁਵਾਦ ਸੀ ਜਿਹੜਾ ਤੀਸਰੀ ਕਿਸਮ ਦਾ, ਇਹ ਸੀ ਟੀਕਿਆਂ ਦੇ ਰੂਪ ਵਿੱਚ, ਜਿਵੇਂ ਕਿ ਕਿਸੇ ਗ੍ਰੰਥ ਦੇ ਸਰਲ ਅਰਥ ਕਰਨੇ ਹੁੰਦੇ ਸਨ। ਇਸ ਤੋਂ ਬਾਅਦ ਅੱਗੇ ਜਾ ਕੇ ਸੰਸਕ੍ਰਿਤ ਅਤੇ ਪਾਲੀ ਗ੍ਰੰਥਾਂ ਦਾ
ਭਾਰਤ ਦੀਆਂ ਹੋਰ ਭਾਸ਼ਾਵਾਂ ਵਿੱਚ ਜਾਂ ਹੋਰ ਭਾਸ਼ਾਈ ਵੰਨਗੀਆਂ ਵਿੱਚ ਅਨੁਵਾਦ ਹੋਣਾ ਸ਼ੁਰੂ ਹੋ ਗਿਆ ਸੀ। ਵੈਦਿਕ ਸਾਹਿਤ, ਬ੍ਰਾਹਮਣ ਗ੍ਰੰਥਾਂ, ਉਪਨਿਸ਼ਦਾਂ, ਰਮਾਇਣ, ਮਹਾਭਾਰਤ, ਪੁਰਾਣ ਸਾਹਿਤ ਅਤੇ ਹੋਰ ਸੰਸਕ੍ਰਿਤ ਦੀਆਂ ਰਚਨਾਵਾਂ ਦਾ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਅਤੇ ਅੱਜ ਵੀ ਹੋ ਰਿਹਾ ਹੈ। ਮੱਧਕਾਲ ਵਿੱਚ ਬਹੁਤ ਸਾਰੇ ਪੱਛਮੀ ਸਾਹਿਤ ਦਾ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ। ਆਧੁਨਿਕ ਕਾਲ ਵਿੱਚ ਭਾਰਤੀ ਭਾਸ਼ਾਵਾਂ ਦੇ ਸਾਹਿਤ ਦਾ ਹਿੰਦੀ ਵਿੱਚ ਅਤੇ ਭਾਰਤ ਦੀ ਕਿਸੇ ਵੀ ਇੱਕ ਭਾਸ਼ਾ ਦਾ ਕਿਸੇ ਦੂਜੀ ਭਾਸ਼ਾ ਵਿੱਚ ਅਨੁਵਾਦ ਹੋਣਾ ਜਾਰੀ ਹੈ। ਹੁਣ ਅਸੀਂ ਅਨੁਵਾਦ ਦੇ ਮਹੱਤਵ 'ਤੇ ਚਾਨਣਾ ਪਾਵਾਂਗੇ। ਅਨੁਵਾਦ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਮਨੁੱਖ ਦੀ ਸੀਮਾ ਕੁਝ ਭਾਸ਼ਾਵਾਂ ਸਿੱਖਣ ਦੀ ਹੀ ਹੈ। ਇੱਕ ਸੀਮਾ ਤੋਂ ਬਾਅਦ ਉਹ ਭਾਸ਼ਾਵਾਂ ਨਹੀਂ ਸਿੱਖ ਸਕਦਾ, ਪਰ ਉਸ ਦੀ ਗਿਆਨ ਪ੍ਰਾਪਤੀ ਦੀ ਕੋਈ ਸੀਮਾ ਨਹੀਂ ਹੈ। ਉਸ ਨੂੰ ਹਰ ਤਰ੍ਹਾਂ ਦਾ ਗਿਆਨ ਚਾਹੀਦਾ ਹੈ ਅਤੇ ਉਹ ਹਰ ਤਰ੍ਹਾਂ ਦਾ, ਹਰ ਭਾਸ਼ਾ ਦਾ, ਹਰ ਦੇਸ਼ ਦਾ, ਹਰ ਸੰਸਕ੍ਰਿਤੀ ਦਾ ਗਿਆਨ ਹਾਸਲ ਕਰਨ ਦਾ ਇੱਛੁਕ ਵੀ ਹੁੰਦਾ ਹੈ ਅਤੇ ਕਰਨ ਦੇ ਸਮਰੱਥ ਵੀ ਹੁੰਦਾ ਹੈ। ਉਹ ਆਪਣੀ ਸਮਰੱਥਾ ਤੋਂ ਵੱਧ ਗਿਆਨ ਹਾਸਲ ਕਰਨਾ ਚਾਹੁੰਦਾ ਹੈ। ਸੋ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਉਹ ਅਨੁਵਾਦਿਤ ਸਾਹਿਤ ਰਾਹੀਂ ਪ੍ਰਾਪਤ ਕਰ ਸਕਦਾ ਹੈ। ਕਈ ਵਾਰ ਅਨੁਵਾਦਕ ਦੇ ਰੂਪ ਵਿੱਚ ਉਹ ਕਿਸੇ ਪਰਾਈ ਭਾਸ਼ਾ ਵਿੱਚ ਪਿਆ ਮਹੱਤਵਪੂਰਨ ਗਿਆਨ ਆਪਣੇ ਲੋਕਾਂ ਤੱਕ ਪਹੁੰਚਾਉਣ ਲਈ ਇਸ ਦਾ ਆਪਣੀ ਭਾਸ਼ਾ ਵਿੱਚ ਅਨੁਵਾਦ ਵੀ ਕਰਦਾ ਹੈ। ਅਨੁਵਾਦ ਅਸਲ ਵਿੱਚ ਦੂਜੇ ਦਰਜੇ ਦਾ ਕਾਰਜ ਹੁੰਦਾ ਹੈ ਕਿਉਂਕਿ ਮੌਲਿਕ ਪਾਠ ਜਾਂ ਮੂਲ ਪਾਠ ਜਾਂ ਸਰੋਤ ਪਾਠ ਦੇ ਰਚੈਤਾ ਦੀ ਸ਼ੈਲੀ, ਦ੍ਰਿਸ਼ਟੀ ਜਾਂ ਨਜ਼ਰੀਏ ਨੂੰ ਅਨੁਵਾਦ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਕਰਕੇ ਅਨੁਵਾਦਿਤ ਪਾਠ ਮੂਲ ਪਾਠ ਦਾ ਅਨੁਕਰਨ ਹੋਣ ਕਰਕੇ ਦੂਜੇ ਦਰਜੇ ਦਾ ਪਾਠ ਹੀ ਹੁੰਦਾ ਹੈ। ਅਜੋਕੇ ਸਮੇਂ ਵਿੱਚ ਅਨੁਵਾਦ ਦੀ ਬਹੁਤ ਮਹੱਤਤਾ ਹੈ। ਰਾਸ਼ਟਰੀ ਏਕਤਾ ਲਈ ਅਨੁਵਾਦ ਦਾ ਬਹੁਤ ਮਹੱਤਵ ਹੈ। ਭਾਰਤ ਬਹੁਭਾਸ਼ਾਈ ਰਾਸ਼ਟਰ ਹੈ। ਇੱਥੇ ਵੱਖ-ਵੱਖ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ ਅਤੇ ਜੇਕਰ ਉਹਨਾਂ ਦਾ ਸਾਹਿਤ, ਉਹਨਾਂ ਦਾ ਗਿਆਨ, ਉਹਨਾਂ ਦੀਆਂ ਪਰੰਪਰਾਵਾਂ, ਉਹਨਾਂ ਦੇ ਸਮਾਜਿਕ ਢਾਂਚੇ ਜਾਂ ਉਹਨਾਂ ਦੀਆਂ ਮਰਿਆਦਾਵਾਂ ਨੂੰ ਇੱਕ ਦੂਜੇ ਦੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਵੇ ਤਾਂ ਉਹਨਾਂ ਵਿੱਚ ਇੱਕ ਤਰ੍ਹਾਂ ਦੀ ਏਕਤਾ ਪੈਦਾ ਹੋਵੇਗੀ। ਅਨੁਵਾਦ ਦਾ ਦੂਸਰਾ ਮਹੱਤਵ ਕਿਸੇ ਦੇਸ਼ ਦੀ ਸੰਸਕ੍ਰਿਤੀ ਦੇ ਵਿਕਾਸ ਵਿੱਚ ਹੈ। ਜਦੋਂ ਕਿਸੇ ਦੇਸ਼ ਦੀ ਸੰਸਕ੍ਰਿਤੀ ਵਿਦੇਸ਼ੀ ਸੰਸਕ੍ਰਿਤੀਆਂ ਦੇ ਸੰਪਰਕ ਵਿੱਚ ਆਵੇਗੀ ਤਾਂ ਉਹ ਜ਼ਾਹਿਰ ਹੈ ਉਸ ਦੇਸ਼ ਦੀ ਸੰਸਕ੍ਰਿਤੀ ਅਮੀਰ ਹੋਵੇਗੀ ਅਤੇ ਇਹ ਅਨੁਵਾਦ ਰਾਹੀਂ ਹੀ ਸੰਭਵ ਹੋ ਸਕਦਾ ਹੈ। ਭਾਰਤੀ ਸਾਹਿਤ ਦੇ ਅਧਿਐਨ ਵਿੱਚ ਵੀ ਅਨੁਵਾਦ ਦਾ ਬਹੁਤ ਮਹੱਤਵ ਹੈ ਕਿਉਂਕਿ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਆਪਣੀਆਂ ਸਾਹਿਤਕ ਰਚਨਾਵਾਂ ਨੂੰ ਭਾਰਤੀ ਪ੍ਰਸੰਗ ਵਿੱਚ ਦੇਖਣਾ ਪਸੰਦ ਕਰਦੀਆਂ ਹਨ। ਇਸ ਕਰਕੇ ਭਾਰਤੀ ਸਾਹਿਤ ਨੂੰ ਆਪਣੀਆਂ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਵਿਦਵਾਨ ਉਹਨਾਂ ਨੂੰ ਪੜ੍ਹਦੇ ਹਨ ਅਤੇ ਜਾਂ ਪਾਠਕ ਪੜ੍ਹਦੇ ਹਨ, ਆਮ ਪਾਠਕ ਅਤੇ ਆਲੋਚਕ ਵੀ ਪੜ੍ਹਦੇ ਹਨ ਅਤੇ ਉਹਨਾਂ ਦੇ ਪ੍ਰਸੰਗ ਵਿੱਚ ਆਪਣੀਆਂ ਸਾਹਿਤਕ ਰਚਨਾਵਾਂ ਨੂੰ ਵੇਖਦੇ ਪਰਖਦੇ ਹਨ। ਅੰਤਰਰਾਸ਼ਟਰੀ ਪ੍ਰਸੰਗ ਵਿੱਚ ਵੀ ਕਿਸੇ ਦੇਸ਼ ਦੇ ਸਾਹਿਤ ਨੂੰ ਦੇਖਣ ਲਈ ਅਨੁਵਾਦ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅੰਤਰਰਾਸ਼ਟਰੀ ਸਾਹਿਤ ਜਦੋਂ ਕਿਸੇ ਇੱਕ ਦੇਸ਼ ਦੀ ਭਾਸ਼ਾ ਵਿੱਚ ਅਨੁਵਾਦਿਤ ਹੁੰਦਾ ਹੈ ਤਾਂ ਉਸ ਨਾਲ ਅਧਿਐਨ ਦਾ ਕਾਰਜ ਅਤੇ ਅਧਿਆਪਨ ਦਾ ਕਾਰਜ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਅਤੇ ਤੁਲਨਾਤਮਕ ਸਾਹਿਤ ਦੇ ਅਧਿਐਨ ਵਿੱਚ ਵੀ ਅਨੁਵਾਦ ਦਾ ਬਹੁਤ ਮਹੱਤਵ ਹੈ। ਤੁਲਨਾਤਮਕ ਸਾਹਿਤ ਦਾ ਇੱਥੇ ਅਰਥ ਹੈ ਕਿ ਕਿਸੇ ਦੋ ਦੇਸ਼ਾਂ ਜਾਂ ਦੋ ਸੰਸਕ੍ਰਿਤੀਆਂ ਜਾਂ ਦੋ ਸੱਭਿਅਤਾਵਾਂ, ਦੋ ਸੱਭਿਆਚਾਰਾਂ ਜਾਂ ਦੋ ਭੂਗੋਲਿਕ ਖੇਤਰਾਂ ਦੇ ਸਾਹਿਤ ਦੀ ਤੁਲਨਾ ਕਰਨੀ ਤਾਂ ਕਿ ਉੱਥੋਂ ਦੇ ਲੋਕਾਂ ਅਤੇ ਉੱਥੋਂ ਦੀਆਂ ਸਮਾਜ ਸੱਭਿਆਚਾਰਕ ਸਥਿਤੀਆਂ ਪ੍ਰਸਥਿਤੀਆਂ ਦੀ ਤੁਲਨਾ ਕੀਤੀ ਜਾ ਸਕੇ। ਇਸ ਕਾਰਜ ਲਈ ਵੀ ਅਨੁਵਾਦ ਦਾ ਬਹੁਤ ਮਹੱਤਵ ਹੈ ਅਤੇ ਇਸ ਤੋਂ ਇਲਾਵਾ ਵਪਾਰ ਜਾਂ ਆਰਥਿਕ ਖੇਤਰ ਵਿੱਚ ਅਨੁਵਾਦ ਦਾ ਬਹੁਤ ਮਹੱਤਵ ਹੈ। ਜਦੋਂ ਕੋਈ ਇੱਕ ਦੇਸ਼ ਕਿਸੇ ਦੂਸਰੇ ਦੇਸ਼ ਨਾਲ ਵਪਾਰ ਕਰ ਰਿਹਾ ਹੁੰਦਾ ਹੈ ਜਾਂ ਹੋਰ ਆਰਥਿਕ ਪੱਧਰ 'ਤੇ ਸੰਬੰਧ ਸਥਾਪਿਤ ਕਰ ਰਿਹਾ ਹੁੰਦਾ ਹੈ ਤਾਂ ਉੱਥੇ ਅਨੁਵਾਦਕਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤਾਂ ਕਿ ਉਹ ਆਪਣੀਆਂ ਆਰਥਿਕ ਇਕਾਈਆਂ ਨੂੰ ਜਾਂ ਆਰਥਿਕ ਬਨਾਵਟਾਂ ਨੂੰ ਇੱਕ ਦੂਜੇ ਦੀ ਭਾਸ਼ਾ ਵਿੱਚ ਸੰਚਾਰਿਤ ਕਰ ਸਕਣ। ਇੱਥੇ ਮਸ਼ਹੂਰੀਆਂ ਵੀ ਆਪਾਂ ਜਿਵੇਂ ਗੱਲ ਕਰ ਸਕਦੇ ਹਾਂ ਕਿ ਬਹੁਤ ਸਾਰੀਆਂ ਅਜਿਹੀਆਂ ਵਸਤਾਂ ਹੁੰਦੀਆਂ ਹਨ ਜਿਹੜੀਆਂ ਅੰਤਰਰਾਸ਼ਟਰੀ ਪੱਧਰ 'ਤੇ ਵਿਕਣ ਵਾਲੀਆਂ ਹੁੰਦੀਆਂ ਹਨ ਤਾਂ ਇਹਨਾਂ ਨੂੰ ਵੱਖ-ਵੱਖ ਲੋਕਾਂ ਵਿੱਚ ਸੰਚਾਰ ਕਰਨ ਵਾਸਤੇ ਉਹਨਾਂ ਦੀਆਂ ਭਾਸ਼ਾਵਾਂ ਵਿੱਚ ਇਹਨਾਂ ਦੀਆਂ ਮਸ਼ਹੂਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਪ੍ਰਸ਼ਾਸਨਿਕ ਖੇਤਰ ਵਿੱਚ ਵੀ ਅਨੁਵਾਦ ਦਾ ਬਹੁਤ ਮਹੱਤਵ ਹੈ। ਜਿਵੇਂ ਕਿਸੇ ਦੋ ਦੇਸ਼ਾਂ ਦੇ ਵਿਚਕਾਰ ਕੋਈ ਪ੍ਰਸ਼ਾਸਨਿਕ ਸੰਬੰਧ ਸਥਾਪਿਤ ਹੋਣਾ ਹੈ ਤਾਂ ਉਸ ਲਈ ਅਨੁਵਾਦਕਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜਨ ਸੰਚਾਰ, ਦੂਰ ਸੰਚਾਰ, ਇੰਟਰਨੈੱਟ ਮਾਧਿਅਮਾਂ ਦੇ ਪ੍ਰਸੰਗ ਵਿੱਚ ਵੀ ਅਨੁਵਾਦ ਦਾ ਬਹੁਤ ਮਹੱਤਵ ਹੈ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅਜੋਕੇ ਯੁੱਗ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ, ਕਿਸੇ ਤਰ੍ਹਾਂ ਦਾ ਕੋਈ ਸੰਚਾਰ ਸਥਾਪਿਤ ਕਰਨਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਜਨ ਸੰਚਾਰ ਸਥਾਪਿਤ ਕਰਨਾ ਹੋਵੇ, ਸਾਡੇ ਕੋਲੇ ਮੀਡੀਆ ਹੈ, ਸਾਡੇ ਕੋਲੇ ਸੋਸ਼ਲ ਮੀਡੀਆ ਹੈ, ਇਹਨਾਂ ਸਾਰੇ ਮਾਧਿਅਮਾਂ ਦੇ ਵਿੱਚ ਅਨੁਵਾਦ ਦਾ ਬਹੁਤ ਮਹੱਤਵ ਹੈ ਅਤੇ ਇਹ ਸਾਰਾ ਕੁਝ ਅਨੁਵਾਦ ਰਾਹੀਂ ਹੀ
ਸੰਭਵ ਹੈ। ਅਖੀਰ ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੀ ਅਨੁਵਾਦ ਦਾ ਬਹੁਤ ਮਹੱਤਵ ਹੈ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਕਿਸੇ ਇੱਕ ਦੇਸ਼ ਦੇ ਲੋਕ ਦੂਸਰੇ ਦੇਸ਼ਾਂ ਦੇ ਵਿੱਚ ਪੜ੍ਹਨ ਲਈ ਜਾਂਦੇ ਹਨ, ਤਾਂ ਉਹ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਉਹਨੂੰ ਆਸਾਨੀ ਨਾਲ ਤਾਂ ਹੀ ਸਮਝ ਸਕਦੇ ਹਨ ਜੇਕਰ ਉੱਥੋਂ ਦੀ ਭਾਸ਼ਾ ਦੇ ਵਿੱਚ ਲਿਖੀਆਂ ਹੋਈਆਂ ਰਚਨਾਵਾਂ ਜਾਂ ਲਿਖੀਆਂ ਹੋਈਆਂ ਪੁਸਤਕਾਂ ਜਾਂ ਦਿੱਤਾ ਹੋਇਆ ਗਿਆਨ ਆਪਣੀ ਭਾਸ਼ਾ ਦੇ ਵਿੱਚ ਅਨੁਵਾਦਿਤ ਕਰਕੇ ਪੜ੍ਹ ਸਕਣਗੇ। ਮੈਂ ਇਹਦੇ ਵਾਸਤੇ ਇੱਕ ਬਹੁਤ ਵਧੀਆ ਉਦਾਹਰਨ ਦੇ ਸਕਦਾ ਹਾਂ। ਜਿਵੇਂ ਚੀਨ ਅਤੇ ਜਾਪਾਨ ਦੀਆਂ ਜਿਹੜੀਆਂ ਭਾਸ਼ਾਵਾਂ ਨੇ, ਉਹ ਭਾਸ਼ਾਵਾਂ ਸਾਡੇ ਭਾਰਤੀ ਲੋਕਾਂ ਨੂੰ ਛੇਤੀ ਕਿਤੇ ਨਹੀਂ ਆਉਂਦੀਆਂ, ਕਿਉਂਕਿ ਉਹ ਸਾਡੇ ਹਿਸਾਬ ਨਾਲ ਬਹੁਤ ਹੀ ਅਲੱਗ ਭਾਸ਼ਾਵਾਂ ਨੇ। ਪਰ ਚੀਨ ਤੇ ਜਾਪਾਨ ਦਾ ਜਿਹੜਾ ਗਿਆਨ ਹੈਗਾ ਜਾਂ ਉੱਥੋਂ ਦੀ ਸਿੱਖਿਆ ਹੈਗੀ ਹੈ, ਉਹ ਤਕਨੀਕ ਦੇ ਬਹੁਤ ਨੇੜੇ ਹੈ। ਮਤਲਬ ਜਿਹੜੀ ਤਕਨੀਕ ਹੈ, ਟੈਕਨੋਲੋਜੀ ਹੈ, ਇਹ ਚੀਨ ਤੇ ਜਾਪਾਨ ਦੀ ਹੀ ਸਾਰੇ ਦੇਸ਼ ਦੇ ਵਿੱਚ ਚੱਲਦੀ ਹੈ। ਤੇ ਜੇ ਉਸ ਟੈਕਨੋਲੋਜੀ ਨੂੰ ਤੇ ਉਸ ਟੈਕਨੋਲੋਜੀ ਨਾਲ ਸੰਬੰਧਿਤ ਸਾਰੇ ਤਰ੍ਹਾਂ ਦੇ ਢਾਂਚਿਆਂ ਨੂੰ ਸਮਝਣ ਲਈ ਜਾਂ ਤਾਂ ਚੀਨੀ ਭਾਸ਼ਾ ਵਿੱਚ ਜਾਂ ਜਾਪਾਨੀ ਭਾਸ਼ਾ ਦੇ ਵਿੱਚ ਉੱਥੋਂ ਦੇ ਸਾਰੇ ਲਿਟਰੇਚਰ ਨੂੰ ਪੜ੍ਹਨਾ ਪਵੇਗਾ, ਜਾਂ ਫਿਰ ਉਸ ਲਿਟਰੇਚਰ ਨੂੰ ਆਪਣੇ ਦੇਸ਼ ਦੀਆਂ ਭਾਸ਼ਾਵਾਂ ਦੇ ਵਿੱਚ ਅਨੁਵਾਦਿਤ ਕਰਕੇ ਪੜ੍ਹਨਾ ਪਵੇਗਾ। ਸੋ ਇੱਥੇ ਵੀ ਅਨੁਵਾਦ ਦਾ ਬਹੁਤ ਮਹੱਤਵ ਬਣ ਜਾਂਦਾ ਹੈ। ਸੋ ਵਿਦਿਆਰਥੀਓ, ਜਿਹੜੇ ਬਾਕੀ ਵਿਸ਼ੇ ਨੇ ਉਹਨਾਂ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹਿਲਾਂ ਤੋਂ ਹੀ ਮਿਲ ਜਾਵੇ, ਜਾਂ ਜਦੋਂ ਮੈਂ ਇਹ ਵੀਡੀਓ ਅਪਲੋਡ ਕਰਾਂਗਾ ਤਾਂ ਇਹ ਨੋਟੀਫਿਕੇਸ਼ਨ ਤੁਹਾਨੂੰ ਮਿਲੇ, ਤਾਂ ਇਸ ਲਈ ਤੁਹਾਨੂੰ ਇਹ ਚੈਨਲ ਸਬਸਕ੍ਰਾਈਬ ਕਰਨਾ ਹੋਵੇਗਾ। ਅੱਜ ਦੀ ਇਸ ਵੀਡੀਓ ਲਈ ਇੰਨਾ ਹੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।